ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ A ਦੇ ਪਾਠਕ੍ਰਮ ਵਿੱਚ ਸ਼ਾਮਿਲ ਸੂਫੀ ਕਾਵਿ ਦੇ ਕਵੀ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਸੂਫੀ ਕਾਵਿ ਕੀ ਹੈ। ਸੂਫੀ ਕਾਵਿਧਾਰਾ ਪੰਜਾਬੀ ਸਾਹਿਤ ਦੀ ਇੱਕ ਪ੍ਰਮੁੱਖ ਕਾਵਿਧਾਰਾ ਹੈ। ਪੰਜਾਬੀ ਸੂਫੀ ਕਵਿਤਾ ਦਾ ਆਰੰਭ ਮੁਸਲਮਾਨਾਂ ਦੇ ਪੰਜਾਬ ਵਿੱਚ ਆਉਣ ਨਾਲ ਹੋਇਆ। ਸੂਫੀ ਫਕੀਰ ਧਾਰਮਿਕ ਕੱਟੜਪੁਣੇ ਨੂੰ ਨਹੀਂ ਸੀ ਮੰਨਦੇ, ਇਸ ਲਈ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਲੋਕ ਬੋਲੀ ਵਿੱਚ ਪ੍ਰਚਲਿਤ ਬਿੰਬਾਂ, ਪ੍ਰਤੀਕਾਂ, ਸਥਾਨਿਕ ਕਾਵਿ ਰੂਪਾਂ ਅਤੇ ਛੰਦਾਂ ਵਿੱਚ ਪ੍ਰਗਟਾਇਆ। ਸੂਫੀ ਕਾਵਿਧਾਰਾ ਦਾ ਪਿਤਾਮਾ ਸ਼ੇਖ ਫਰੀਦੁੱਦੀਨ ਮਸੂਦ ਸ਼ਕਰਗੰਜ ਜੀ ਹਨ, ਜੋ ਸ਼ੇਖ ਫਰੀਦ ਜੀ ਦੇ ਨਾਮ ਨਾਲ ਮਸ਼ਹੂਰ ਹਨ। ਸ਼ੇਖ ਫਰੀਦ ਜੀ ਦਾ ਜਨਮ 1173 ਵਿੱਚ ਪਿੰਡ ਕੋਠੀਵਾਲ ਜ਼ਿਲ੍ਹਾ ਮੁਲਤਾਨ ਵਿੱਚ ਹੋਇਆ। ਆਪ ਸੂਫੀਆਂ ਦੇ ਚਿਸ਼ਤੀ ਸਿਲਸਿਲੇ ਦੇ ਅਨੁਯਾਈ ਸਨ ਅਤੇ ਖਵਾਜਾ ਬਖਤਿਆਰ ਕਾਕੀ ਜੀ ਦੇ ਮੁਰੀਦ ਸਨ। ਸੂਫੀ ਕਾਵਿ ਸ਼ੁਰੂ ਹੀ ਬਾਬਾ ਫਰੀਦ ਜੀ ਤੋਂ ਹੁੰਦਾ ਹੈ। ਆਪ ਜੀ ਦੇ ਵਿਚਾਰਾਂ ਦਾ ਘੇਰਾ ਇੰਨਾ ਵਿਸ਼ਾਲ ਸੀ ਕਿ ਉਹਨਾਂ ਦੀ ਕਵਿਤਾ ਨੂੰ ਉੱਚ ਪੱਧਰ ਦੀ ਅਤੇ ਗੁਰਮਤਿ ਅਨੁਸਾਰ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕੀਤਾ ਗਿਆ। ਆਪ ਜੀ ਦੇ 112 ਸ਼ਲੋਕ ਅਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਇਸ ਤੋਂ ਇਲਾਵਾ ਆਪ ਦੇ 39 ਦੋਹੇ ਵੀ ਹੱਥ ਲਿਖਤਾਂ ਵਿੱਚ ਮਿਲਦੇ ਹਨ। ਆਪ ਨੇ ਆਪਣੀਆਂ ਰਚਨਾਵਾਂ ਰਾਹੀਂ ਮਨੁੱਖ ਨੂੰ ਸੱਚ ਨੂੰ ਪਿਆਰ ਕਰਨ, ਗੁਰੂ ਦੀ ਸਿੱਖਿਆ ਵਿੱਚ ਵਿਸ਼ਵਾਸ ਰੱਖਣ, ਸਾਰਿਆਂ ਜੀਵਾਂ ਵਿੱਚ ਪ੍ਰਭੂ ਦੀ ਜੋਤ ਦੇ ਦਰਸ਼ਨ ਕਰਨ, ਸਹਿਨਸ਼ੀਲਤਾ, ਨਿਮਰਤਾ, ਸਬਰ, ਸੰਤੋਖ, ਬੁਰੇ ਦਾ ਭਲਾ ਕਰਨ, ਕਠਿਨ ਘਾਲਣਾ, ਸੰਸਾਰ ਨੂੰ ਨਾਸ਼ਵਾਨ ਸਮਝਣਾ, ਚੰਚਲ ਮਨ ਨੂੰ ਸਾਧਨਾ ਅਤੇ ਆਪਣੇ ਆਪ ਨੂੰ ਸਵਾਰਨ ਦੀ ਤਾਕੀਦ ਕਰਦੇ ਹਨ। ਬਾਬਾ ਫਰੀਦ ਜੀ ਬੜੇ ਪਿਆਰ ਨਾਲ ਮਨੁੱਖ ਨੂੰ ਸਮਝਾਉਂਦੇ ਹਨ ਕਿ ਰੱਬ ਸਾਰੇ ਜੀਵਾਂ ਦੇ ਅੰਦਰ ਵਸਦਾ ਹੈ। ਸਾਰੇ ਹੀ ਮਨੁੱਖਾਂ ਦੇ ਮਨ ਮੋਤੀਆਂ ਦੀ ਤਰ੍ਹਾਂ ਹਨ, ਇਸ ਲਈ ਕਿਸੇ ਵੀ ਹਿਰਦੇ ਨੂੰ ਦੁਖਾਉਣਾ ਨਹੀਂ ਚਾਹੀਦਾ, ਨਾ ਹੀ ਕਿਸੇ ਨੂੰ ਕੋਈ ਮੰਦਾ ਸ਼ਬਦ ਬੋਲਣਾ ਚਾਹੀਦਾ ਹੈ। 15 ਅਕਤੂਬਰ 1265 ਈਸਵੀ ਨੂੰ ਪਾਕਪਟਨ ਵਿਖੇ ਬਾਬਾ ਫਰੀਦ ਜੀ ਦਾ ਦੇਹਾਂਤ ਹੋ ਗਿਆ। ਹੁਣ ਅਸੀਂ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ A ਦੇ ਪਾਠਕ੍ਰਮ ਵਿੱਚ ਸ਼ਾਮਿਲ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਬਾਰੇ ਗੱਲਬਾਤ ਕਰਾਂਗੇ। ਪਹਿਲਾਂ ਅਸੀਂ ਸ਼ਲੋਕ ਨੂੰ ਪੜ੍ਹਾਂਗੇ, ਔਖੇ ਸ਼ਬਦਾਂ ਦੇ ਅਰਥ ਕਰਾਂਗੇ ਅਤੇ ਫਿਰ ਸ਼ਲੋਕ ਦੀ ਵਿਆਖਿਆ ਕਰਾਂਗੇ। ਬਾਬਾ ਫਰੀਦ ਜੀ ਦਾ ਸ਼ਲੋਕ ਹੈ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮੈਂ, ਸਿਰ ਨੀਵਾਂ ਕਰ ਦੇਖ। ਅਕਲ ਲਤੀਫ ਦਾ ਅਰਥ ਹੈ ਸੂਖਮ ਤੇ ਬਰੀਕ ਸੂਝ ਵਾਲਾ। ਕਾਲੇ ਲਿਖ ਦਾ ਅਰਥ ਹੈ ਨਿੰਦਿਆ, ਕਿਸੇ ਦੇ ਕੰਮਾਂ ਦੀ ਪੜਚੋਲ ਕਰਨੀ। ਆਪਨਰੇ ਸ਼ਬਦ ਦਾ ਅਰਥ ਹੈ ਆਪਣੇ। ਗਿਰੀਵਾਨ ਸ਼ਬਦ ਦਾ ਅਰਥ ਹੈ ਗਿਰੀਬਾਨ ਜਾਂ ਬੁੱਕਲ। ਮਹਿ ਸ਼ਬਦ ਦਾ ਅਰਥ ਹੈ ਵਿੱਚ। ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਜੇਕਰ ਤੂੰ ਬੜੀ ਸੂਖਮ ਤੇ ਬਰੀਕ ਸਮਝ ਰੱਖਦਾ ਹੈ
ਤਾਂ ਤੈਨੂੰ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਤੈਨੂੰ ਕਿਸੇ ਦੀ ਨਿੰਦਿਆ ਕਰਨ ਤੋਂ ਪਹਿਲਾਂ ਆਪਣੇ ਗਰੀਬਾਨ ਵਿੱਚ ਸਿਰ ਨੀਵਾਂ ਕਰਕੇ ਦੇਖਣਾ ਚਾਹੀਦਾ ਹੈ, ਤਾਂ ਤੈਨੂੰ ਆਪਣਾ ਆਪ ਵੀ ਔਗੁਣਾਂ ਨਾਲ ਭਰਿਆ ਹੋਇਆ ਦਿਸੇਗਾ। ਭਾਵ ਮਨੁੱਖ ਨੂੰ ਕਿਸੇ ਦੇ ਔਗਣ ਨਹੀਂ ਫੋਲਣੇ ਚਾਹੀਦੇ, ਕਿਉਂਕਿ ਉਹ ਆਪ ਵੀ ਔਗੁਣਹਾਰ ਹੈ। ਸੋ ਇਸ ਸ਼ਲੋਕ ਵਿੱਚ ਫਰੀਦ ਜੀ ਨੇ ਮਨੁੱਖ ਨੂੰ ਦੂਜਿਆਂ ਦੀ ਨਿੰਦਿਆ ਕਰਨ ਤੋਂ ਵਰਜਿਆ ਹੈ। ਸ਼ੇਖ ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਫਰੀਦਾ ਜੋ ਤੈ ਮਾਰਨ ਮੁਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪ ਨੜੇ ਕਰ ਜਾਈਐ, ਪੈਰ ਤਿੰਨਾਂ ਦੇ ਚੁੰਮ। ਘੁੰਮ ਦਾ ਅਰਥ ਹੈ ਘੁੰਮ ਕੇ ਜਾਂ ਪਰਤ ਕੇ। ਆਪ ਨੜੇ ਘਰ ਦਾ ਅਰਥ ਹੈ ਆਪਣੇ ਘਰ ਵਿੱਚ, ਭਾਵ ਸ਼ਾਂਤ ਅਵਸਥਾ ਵਿੱਚ। ਜਾਈਏ ਦਾ ਅਰਥ ਹੈ ਅੱਪੜ ਜਾਈਦਾ ਹੈ, ਪਹੁੰਚ ਜਾਈਦਾ ਹੈ। ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਜਿਹੜੇ ਤੇਰੇ ਮੁੱਕੀਆਂ ਮਾਰਦੇ ਹਨ, ਤੈਨੂੰ ਬਦਲੇ ਵਿੱਚ ਉਹਨਾਂ ਦੇ ਮੁੱਕੀਆਂ ਨਹੀਂ ਮਾਰਨੀਆਂ ਚਾਹੀਦੀਆਂ। ਭਾਵ ਤੈਨੂੰ ਬੁਰਾ ਸਲੂਕ ਕਰਨ ਵਾਲਿਆਂ ਨਾਲ ਬੁਰਾ ਸਲੂਕ ਨਹੀਂ ਕਰਨਾ ਚਾਹੀਦਾ, ਸਗੋਂ ਉਹਨਾਂ ਦੇ ਪੈਰ ਚੁੰਮਣੇ ਚਾਹੀਦੇ ਹਨ, ਕਿਉਂਕਿ ਉਹਨਾਂ ਦੇ ਪੈਰ ਚੁੰਮਣ ਨਾਲ ਮਨੁੱਖ ਆਪਣੇ ਘਰ ਅਰਥਾਤ ਸ਼ਾਂਤ ਅਵਸਥਾ ਵਿੱਚ ਅੱਪੜ ਜਾਂਦਾ ਹੈ। ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਬੁਰਾ ਸਲੂਕ ਕਰਨ ਵਾਲਿਆਂ ਨਾਲ ਵੀ ਚੰਗਾ ਸਲੂਕ ਕਰਨ ਦਾ ਉਪਦੇਸ਼ ਦਿੰਦੇ ਹਨ। ਬਾਬਾ ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਫਰੀਦਾ ਜੰਗਲ ਜੰਗਲ ਕਿਆ ਪਵੇ, ਵਣ ਕੰਡਾ ਮੋੜੇ, ਵੱਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ। ਭਵੇ ਦਾ ਅਰਥ ਹੈ ਘੁੰਮਦਾ, ਵਣ ਕੰਡਾ ਦਾ ਅਰਥ ਹੈ ਜੰਗਲ ਦੇ ਕੰਢੇ, ਮੋੜੇ ਦਾ ਅਰਥ ਹੈ ਭੰਨਦਾ ਹੈ, ਹਿਆਲੀਏ ਦਾ ਅਰਥ ਹੈ ਹਿਰਦੇ ਵਿੱਚ, ਢੂੰਡੇ ਦਾ ਅਰਥ ਹੈ ਲੱਭਦਾ ਹੈ। ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਤੂੰ ਰੱਬ ਦੀ ਭਾਲ ਵਿੱਚ ਜੰਗਲਾਂ ਵਿੱਚ ਕਿਉਂ ਘੁੰਮਦਾ ਹੈ? ਇਸ ਤਰ੍ਹਾਂ ਭਟਕਦਾ ਹੋਇਆ ਤੂੰ ਕਿਉਂ ਜੰਗਲਾਂ ਦੇ ਕੰਢੇ ਲਿਤਾੜ ਰਿਹਾ ਹੈ? ਰੱਬ ਤਾਂ ਤੇਰੇ ਹਿਰਦੇ ਵਿੱਚ ਵਸਦਾ ਹੈ। ਤੂੰ ਜੰਗਲਾਂ ਵਿੱਚ ਕੀ ਲੱਭਦਾ ਹੈ? ਭਾਵ ਮਨੁੱਖ ਨੂੰ ਰੱਬ ਦੀ ਭਾਲ ਵਿੱਚ ਇੱਧਰ ਉੱਧਰ ਜੰਗਲਾਂ ਵਿੱਚ ਨਹੀਂ ਭਟਕਣਾ ਚਾਹੀਦਾ, ਸਗੋਂ ਉਸ ਨੂੰ ਰੱਬ ਦੀ ਭਾਲ ਆਪਣੇ ਹਿਰਦੇ ਵਿੱਚੋਂ ਹੀ ਕਰਨੀ ਚਾਹੀਦੀ ਹੈ। ਸੋ ਇਸ ਸ਼ਲੋਕ ਵਿੱਚ ਫਰੀਦ ਜੀ ਦੱਸਦੇ ਹਨ ਕਿ ਪਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਹੀ ਵਸਦਾ ਹੈ। ਅਗਲਾ ਸ਼ਲੋਕ ਹੈ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਤੁਧ। ਨਿਵਾਤ ਸ਼ਬਦ ਦਾ ਅਰਥ ਹੈ ਮਿਸ਼ਰੀ। ਫਰੀਦ ਜੀ ਫਰਮਾਉਂਦੇ ਹਨ ਕਿ ਸ਼ੱਕਰ, ਖੰਡ, ਮਿਸ਼ਰੀ, ਗੁੜ, ਸ਼ਹਿਦ ਅਤੇ ਮਾਝਾ ਦੁੱਧ, ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ। ਪਰ ਹੇ ਰੱਬ, ਇਹ ਚੀਜ਼ਾਂ ਮਿਠਾਸ ਵਿੱਚ ਤੇਰੇ ਨਾਮ ਦੀ ਮਿਠਾਸ ਤੱਕ ਨਹੀਂ ਅੱਪੜ ਸਕਦੀਆਂ, ਅਰਥਾਤ ਤੇਰੇ ਨਾਮ ਦੀ ਮਿਠਾਸ ਲਾਸਾਨੀ ਹੈ। ਬਾਬਾ ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਕਾਠ ਸ਼ਬਦ ਦਾ ਅਰਥ ਹੈ ਜੌਂ, ਲਾਵਣ ਸ਼ਬਦ ਦਾ ਅਰਥ ਹੈ ਸਲੂਣਾ, ਘਣੇ ਸ਼ਬਦ ਦਾ ਅਰਥ ਹੈ ਬਹੁਤ। ਫਰੀਦ ਜੀ ਆਪਣੀ ਕਰੜੀ ਤਪੱਸਿਆ ਦਾ ਜ਼ਿਕਰ ਕਰਦੇ ਹੋਏ ਫਰਮਾਉਂਦੇ ਹਨ ਕਿ ਮੇਰੀ ਰੋਟੀ ਜੌਆਂ ਦੀ ਹੈ ਅਤੇ ਮੇਰੀ ਭੁੱਖ ਉਸ ਦੇ ਨਾਲ ਸਲੂਣਾ ਹੈ। ਜਿਹੜੇ ਇਸ ਸੰਸਾਰ ਵਿੱਚ ਚੋਪੜੀਆਂ ਖਾਂਦੇ ਹਨ, ਉਹਨਾਂ ਨੂੰ
ਰੱਬ ਦੀ ਦਰਗਾਹ ਵਿੱਚ ਕਬੂਲ ਨਾ ਪੈਣ ਕਰਕੇ ਬਹੁਤ ਦੁੱਖ ਸਹਿਣੇ ਪੈਂਦੇ ਹਨ। ਭਾਵ ਫਕੀਰ ਲੋਕ ਸਾਦਾ ਖਾਂਦੇ ਹਨ। ਜਿਹੜੇ ਸੰਸਾਰਿਕ ਭੋਗਾਂ ਵਿੱਚ ਖੁੱਭੇ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਬਹੁਤ ਦੁੱਖ ਸਹਿਣੇ ਪੈਂਦੇ ਹਨ। ਬਾਬਾ ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਸਾਦੀ ਖੁਰਾਕ ਖਾ ਕੇ ਰੱਬ ਦਾ ਸ਼ੁਕਰ ਕਰਨ ਦੀ ਪ੍ਰੇਰਨਾ ਕਰਦੇ ਹਨ। ਫਰੀਦ ਜੀ ਫਰਮਾਉਂਦੇ ਹਨ ਕਿ ਮਨੁੱਖ ਨੂੰ ਇਸ ਸੰਸਾਰ ਵਿੱਚ ਰੱਬ ਦੀ ਦਿੱਤੀ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਣਾ ਚਾਹੀਦਾ ਹੈ ਅਤੇ ਸਬਰ ਕਰਨਾ ਚਾਹੀਦਾ ਹੈ। ਉਸ ਨੂੰ ਪਰਾਈਆਂ ਚੋਪੜੀਆਂ ਦੇਖ ਕੇ ਆਪਣੇ ਮਨ ਨੂੰ ਤਰਸਾਉਣਾ ਨਹੀਂ ਚਾਹੀਦਾ। ਭਾਵ ਮਨੁੱਖ ਨੂੰ ਸੰਸਾਰ ਵਿੱਚ ਸਾਦੀ ਖੁਰਾਕ ਖਾ ਕੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ ਅਤੇ ਸਬਰ ਸੰਤੋਖ ਭਰਿਆ ਜੀਵਨ ਗੁਜ਼ਾਰਨਾ ਚਾਹੀਦਾ ਹੈ। ਬਾਬਾ ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋਂ ਕਿਹੜੇ ਕੰਮ। ਹੰਡ ਕੇ ਸ਼ਬਦ ਦਾ ਅਰਥ ਹੈ ਦੌੜ ਭੱਜ ਕਰਕੇ। ਸਮ ਸ਼ਬਦ ਦਾ ਅਰਥ ਹੈ ਸੌਂ ਕੇ। ਮੰਗੇਸੀਆ ਸ਼ਬਦ ਦਾ ਅਰਥ ਹੈ ਮੰਗੇਗਾ। ਆਹੋਂ ਕਿਹੜੇ ਕੰਮ, ਭਾਵ ਕਿਹੜੇ ਕੰਮ ਲਈ ਆਇਆ ਸੀ। ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਸਮੇਂ ਨੂੰ ਵਿਅਰਥ ਗਵਾਉਣ ਦੀ ਥਾਂ ਇਸ ਨੂੰ ਨੇਕ ਅਮਲ ਕਰਨ ਵਿੱਚ ਲਾਉਣ ਦੀ ਪ੍ਰੇਰਨਾ ਦਿੰਦੇ ਹਨ। ਫਰੀਦ ਜੀ ਕਹਿੰਦੇ ਹਨ ਕਿ ਹੇ ਮਨੁੱਖ, ਤੂੰ ਦਿਨ ਦੇ 4 ਪਹਿਰ ਦੁਨੀਆ ਦੇ ਪਦਾਰਥਾਂ ਨੂੰ ਇਕੱਠੇ ਕਰਨ ਲਈ ਦੌੜ ਭੱਜ ਵਿੱਚ ਗਵਾ ਦਿੱਤੇ ਹਨ ਅਤੇ ਰਾਤ ਦੇ 4 ਪਹਿਰ ਸੌਂ ਕੇ ਗਵਾ ਦਿੱਤੇ ਹਨ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੱਬ ਨੇ ਤੇਰੇ ਕੋਲੋਂ ਹਿਸਾਬ ਮੰਗਣਾ ਹੈ ਕਿ ਤੂੰ ਦੁਨੀਆ ਵਿੱਚ ਕਿਸ ਕੰਮ ਲਈ ਆਇਆ ਸੀ, ਪਰ ਤੂੰ ਇੱਥੇ ਆ ਕੇ ਕਰ ਕੀ ਰਿਹਾ ਹੈ। ਇਸ ਕਰਕੇ ਤੈਨੂੰ ਆਪਣਾ ਦਿਨ ਰਾਤ ਦਾ ਸਮਾਂ ਨਾਮ ਸਿਮਰਨ ਅਤੇ ਨੇਕ ਅਮਲਾਂ ਵਿੱਚ ਲਾਉਣਾ ਚਾਹੀਦਾ ਹੈ। ਬਾਬਾ ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਜਿੰਨੀ ਕਮੀ ਦਾ ਅਰਥ ਹੈ ਜਿਨ੍ਹਾਂ ਕੰਮਾਂ ਵਿੱਚ। ਗੁਣ ਦਾ ਅਰਥ ਹੈ ਲਾਭ। ਕਮੜੇ ਸ਼ਬਦ ਦਾ ਅਰਥ ਹੈ ਕੋਝੇ ਕੰਮ। ਵਿਸਾਰ ਸ਼ਬਦ ਦਾ ਅਰਥ ਹੈ ਛੱਡ ਦੇ। ਮਤ ਦਾ ਅਰਥ ਹੈ ਕਿਤੇ ਇਹ ਨਾ ਹੋਵੇ। ਥੀਵੀ ਸ਼ਬਦ ਦਾ ਅਰਥ ਹੈ ਤੂੰ ਹੋਵੇਂ। ਇਸ ਸ਼ਲੋਕ ਵਿੱਚ ਫਰੀਦ ਜੀ ਨੇ ਮਨੁੱਖ ਨੂੰ ਉਹਨਾਂ ਕੋਝੇ ਕੰਮਾਂ ਦਾ ਤਿਆਗ ਕਰਨ ਦਾ ਉਪਦੇਸ਼ ਦਿੱਤਾ ਹੈ ਜਿਨ੍ਹਾਂ ਤੋਂ ਮਨੁੱਖ ਨੂੰ ਕੋਈ ਵੀ ਆਤਮਿਕ ਲਾਭ ਪ੍ਰਾਪਤ ਨਹੀਂ ਹੁੰਦਾ। ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਜਿਨ੍ਹਾਂ ਕੰਮਾਂ ਤੋਂ ਤੈਨੂੰ ਕੋਈ ਆਤਮਿਕ ਲਾਭ ਨਹੀਂ, ਤੈਨੂੰ ਉਹਨਾਂ ਕੋਝੇ ਕੰਮਾਂ ਦਾ ਤਿਆਗ ਕਰਨਾ ਚਾਹੀਦਾ ਹੈ। ਜੇਕਰ ਤੂੰ ਆਤਮਿਕ ਲਾਭ ਨਾ ਦੇਣ ਵਾਲੇ ਕੰਮਾਂ ਦਾ ਤਿਆਗ ਨਹੀਂ ਕਰੇਗਾ ਤਾਂ ਤੈਨੂੰ ਪਰਮਾਤਮਾ ਦੀ ਦਰਗਾਹ ਵਿੱਚ ਸ਼ਰਮਿੰਦਾ ਹੋਣਾ ਪਵੇਗਾ। ਬਾਬਾ ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ। ਮੈਂਡੇ ਸ਼ਬਦ ਦਾ ਅਰਥ ਹੈ ਮੇਰੇ। ਵੇਸ ਦਾ ਅਰਥ ਹੈ ਪਹਿਰਾਵਾ। ਗੁਨਹੀ ਸ਼ਬਦ ਦਾ ਅਰਥ ਹੈ ਗੁਨਾਹਾਂ ਨਾਲ। ਦਰਵੇਸ ਸ਼ਬਦ ਦਾ ਅਰਥ ਹੈ ਫਕੀਰ। ਫਰੀਦ ਜੀ ਫਰਮਾਉਂਦੇ ਹਨ ਕਿ ਮੇਰੇ ਕੱਪੜੇ ਤਾਂ ਫਕੀਰਾਂ ਵਾਂਗ ਕਾਲੇ ਹਨ। ਮੇਰਾ ਪਹਿਰਾਵਾ ਕਾਲਾ ਹੈ, ਪਰ ਮੇਰੇ ਅੰਦਰ
ਫਕੀਰਾਂ ਵਾਲੇ ਗੁਣ ਨਹੀਂ ਹਨ। ਮੈਂ ਅੰਦਰੋਂ ਗੁਨਾਹਾਂ ਨਾਲ ਭਰਿਆ ਫਿਰਦਾ ਹਾਂ, ਪਰ ਸੰਸਾਰ ਦੇ ਲੋਕ ਮੈਨੂੰ ਫਕੀਰ ਆਖਦੇ ਹਨ। ਅਸਲ ਧਰਮੀ ਬੰਦੇ ਦਾ ਜੀਵਨ ਅਜਿਹਾ ਪਖੰਡ ਤੇ ਦਿਖਾਵੇ ਭਰਿਆ ਨਹੀਂ ਹੁੰਦਾ, ਸਗੋਂ ਉਸ ਦਾ ਅੰਦਰ ਸ਼ੁੱਧ ਹੁੰਦਾ ਹੈ, ਸਾਫ਼ ਹੁੰਦਾ ਹੈ। ਸੋ ਇਸ ਸ਼ਲੋਕ ਵਿੱਚ ਫਰੀਦ ਜੀ ਨੇ ਪਾਖੰਡ ਭਰੀ ਫਕੀਰੀ ਦੀ ਨਿਖੇਧੀ ਕੀਤੀ ਹੈ। ਅਗਲਾ ਸ਼ਲੋਕ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨ ਲੱਗਈ, ਪੱਲੇ ਸਭ ਕਿਛ ਪਾਈ। ਹੰਢਾਏ ਦਾ ਅਰਥ ਹੈ ਨਾ ਆਉਣ ਦੇ, ਦੇਹੀ ਦਾ ਅਰਥ ਹੈ ਸਰੀਰ। ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਤੂੰ ਬੁਰਾਈ ਕਰਨ ਵਾਲੇ ਨਾਲ ਵੀ ਭਲਾਈ ਹੀ ਕਰ, ਗੁੱਸਾ ਮਨ ਵਿੱਚ ਨਾ ਆਉਣ ਦੇ। ਇਸ ਤਰ੍ਹਾਂ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਉਸ ਵਿੱਚ ਹਰ ਇੱਕ ਚੰਗਾ ਗੁਣ ਸਾਂਭਿਆ ਰਹਿੰਦਾ ਹੈ। ਭਾਵ ਮਨੁੱਖ ਨੂੰ ਬੁਰਾ ਕਰਨ ਵਾਲੇ ਨਾਲ ਵੀ ਭਲਾਈ ਹੀ ਕਰਨੀ ਚਾਹੀਦੀ ਹੈ। ਸੋ ਇਸ ਸ਼ਲੋਕ ਵਿੱਚ ਫਰੀਦ ਜੀ ਨੇ ਮਨੁੱਖ ਨੂੰ ਬੁਰੇ ਦਾ ਭਲਾ ਕਰਨ ਤੇ ਗੁੱਸੇ ਨੂੰ ਮਨ ਵਿੱਚ ਨਾ ਰੱਖਣ ਦਾ ਉਪਦੇਸ਼ ਦਿੱਤਾ ਹੈ, ਕਿਉਂਕਿ ਅਜਿਹਾ ਕਰਨ ਨਾਲ ਸਰੀਰ ਅਰੋਗ ਰਹਿੰਦਾ ਹੈ ਅਤੇ ਉਸ ਵਿੱਚ ਹਰ ਚੰਗਾ ਗੁਣ ਸਾਂਭਿਆ ਰਹਿੰਦਾ ਹੈ। ਸ਼ੇਖ ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਈਐ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਮੁਝ ਕੋ ਦਾ ਅਰਥ ਹੈ ਮੈਨੂੰ, ਸਬਾਈਐ ਜਗ ਦਾ ਅਰਥ ਹੈ ਸਾਰੇ ਸੰਸਾਰ ਨੂੰ। ਫਰੀਦ ਜੀ ਫਰਮਾਉਂਦੇ ਹਨ ਕਿ ਮੈਂ ਇਹ ਸਮਝਿਆ ਸੀ ਕਿ ਕੇਵਲ ਮੈਨੂੰ ਹੀ ਦੁੱਖ ਲੱਗੇ ਹਨ, ਪਰ ਅਸਲ ਵਿੱਚ ਦੁੱਖ ਤਾਂ ਸਾਰੇ ਸੰਸਾਰ ਵਿੱਚ ਹੈ। ਜਦੋਂ ਮੈਂ ਆਪਣੇ ਦੁੱਖ ਤੋਂ ਜਰਾ ਉਚੇਰਾ ਹੋ ਕੇ ਧਿਆਨ ਮਾਰਿਆ ਤਾਂ ਹਰੇਕ ਘਰ ਵਿੱਚ ਇਹੋ ਦੁੱਖ ਦੀ ਅੱਗ ਬਲਦੀ ਦਿਖਾਈ ਦਿੱਤੀ। ਅਰਥਾਤ ਇਸ ਸੰਸਾਰ ਵਿੱਚ ਹਰੇਕ ਜੀਵ ਦੁਖੀ ਹੈ, ਇੱਥੇ ਕੋਈ ਵੀ ਦੁੱਖਾਂ ਤੋਂ ਬਚਿਆ ਹੋਇਆ ਨਹੀਂ ਹੈ। ਇਹ ਸਾਰਾ ਸੰਸਾਰ ਹੀ ਦੁੱਖਾਂ ਦਾ ਘਰ ਹੈ। ਇਸ ਸ਼ਲੋਕ ਵਿੱਚ ਫਰੀਦ ਜੀ ਇਹ ਭਾਵ ਪ੍ਰਗਟ ਕਰਦੇ ਹਨ ਕਿ ਸਾਰਾ ਸੰਸਾਰ ਹੀ ਦੁੱਖਾਂ ਨਾਲ ਭਰਪੂਰ ਹੈ। ਅਗਲਾ ਸ਼ਲੋਕ ਹੈ, ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿਨ੍ਹਾਂ ਵਾਸ, ਕੰਕਰ ਚੁਗਨ ਥਲ ਵਸਨ, ਰੱਬ ਨ ਛੋਡਨ ਪਾਸ। ਹੋਂ ਦਾ ਅਰਥ ਹੈ ਮੈਂ, ਬਲਿਹਾਰੀ ਦਾ ਅਰਥ ਹੈ ਕੁਰਬਾਨ, ਵਾਸ ਦਾ ਅਰਥ ਹੈ ਰਿਹਾਇਸ਼, ਕੰਕਰ ਦਾ ਅਰਥ ਹੈ ਰੋੜ, ਥਲ ਸ਼ਬਦ ਦਾ ਅਰਥ ਹੈ ਧਰਤੀ ਤੇ, ਛੋਡਨ ਸ਼ਬਦ ਦਾ ਅਰਥ ਹੈ ਛੱਡਦੇ ਹਨ। ਫਰੀਦ ਜੀ ਫਰਮਾਉਂਦੇ ਹਨ ਕਿ ਮੈਂ ਉਹਨਾਂ ਪੰਛੀਆਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਦਾ ਵਾਸਾ ਜੰਗਲ ਵਿੱਚ ਹੈ। ਉੱਥੇ ਉਹ ਰੋੜ ਚੁਗਦੇ ਹਨ ਅਤੇ ਧਰਤੀ ਤੇ ਵੱਸਦੇ ਹਨ, ਪਰੰਤੂ ਰੱਬ ਦਾ ਆਸਰਾ ਨਹੀਂ ਛੱਡਦੇ। ਭਾਵ ਮਹਿਲਾਂ ਵਿੱਚ ਰਹਿਣ ਵਾਲੇ ਅਤੇ ਪਲੇ ਹੋਏ ਸਰੀਰਾਂ ਵਾਲੇ ਪਰੰਤੂ ਰੱਬ ਨੂੰ ਭੁਲਾ ਦੇਣ ਵਾਲੇ ਉਹਨਾਂ ਬੰਦਿਆਂ ਨਾਲੋਂ ਤਾਂ ਪੰਛੀ ਹੀ ਚੰਗੇ ਹਨ ਜੋ ਰੁੱਖਾਂ ਉੱਤੇ ਆਲ੍ਹਣੇ ਬਣਾ ਕੇ ਰਹਿੰਦੇ ਹੋਏ ਰੋੜ ਚੁਗ ਕੇ ਗੁਜ਼ਾਰਾ ਕਰਦੇ ਹਨ, ਪਰੰਤੂ ਰੱਬ ਨੂੰ ਯਾਦ ਰੱਖਦੇ ਹਨ। ਇਸ ਸ਼ਲੋਕ ਵਿੱਚ ਫਰੀਦ ਜੀ ਨੇ ਉਹਨਾਂ ਪੰਛੀਆਂ ਦੀ ਮਹਿਮਾ ਕੀਤੀ ਹੈ ਜਿਹੜੇ ਜੰਗਲ ਵਿੱਚ ਰਹਿ ਕੇ ਸਾਦਾ ਜੀਵਨ ਗੁਜ਼ਾਰਦੇ ਹਨ, ਪਰੰਤੂ ਰੱਬ ਦਾ ਲੜ ਨਹੀਂ ਛੱਡਦੇ, ਰੱਬ ਨੂੰ ਹਮੇਸ਼ਾ ਚੇਤੇ ਰੱਖਦੇ ਹਨ। ਫਰੀਦ ਜੀ ਦਾ ਅਗਲਾ ਸ਼ਲੋਕ ਹੈ, ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਕਹਿ ਠਾਹੇ, ਮਾਣਕ ਸਭ ਅਮੋਲ ਵੇ। ਇੱਕ ਦਾ ਅਰਥ ਹੈ ਇੱਕ ਵੀ ਬੋਲ, ਸੱਚਾ ਦਾ ਅਰਥ ਹੈ ਪ੍ਰਭੂ, ਧਣੀ ਸ਼ਬਦ ਦਾ ਅਰਥ ਹੈ ਵਸਿਆ ਹੈ, ਹਿਆਉ ਸ਼ਬਦ ਦਾ ਅਰਥ ਹੈ ਹਿਰਦਾ,
ਕੈਹੀ ਸ਼ਬਦ ਦਾ ਅਰਥ ਹੈ ਕਿਸੇ ਦਾ। ਠਾਹੇ ਸ਼ਬਦ ਦਾ ਅਰਥ ਹੈ ਤੋੜਨਾ। ਅਮੋਲਵੇ ਸ਼ਬਦ ਦਾ ਅਰਥ ਹੈ ਬਹੁਮੁੱਲੇ। ਫਰੀਦ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਤੂੰ ਕਿਸੇ ਨਾਲ ਇੱਕ ਵੀ ਫਿੱਕਾ ਬੋਲ ਨਾ ਬੋਲ, ਕਿਉਂਕਿ ਸਾਰਿਆਂ ਦੇ ਹਿਰਦਿਆਂ ਵਿੱਚ ਸੱਚਾ ਰੱਬ ਵਸਦਾ ਹੈ। ਫਿੱਕਾ ਬੋਲ ਕੇ ਕਿਸੇ ਦਾ ਹਿਰਦਾ ਤੋੜਨਾ ਠੀਕ ਨਹੀਂ, ਕਿਉਂਕਿ ਸਾਰਿਆਂ ਦੇ ਮਨ ਬਹੁਮੁੱਲੇ ਮਾਣਕ ਮੋਤੀ ਹਨ। ਭਾਵ ਸਾਨੂੰ ਫਿੱਕਾ ਬੋਲ ਕੇ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੀਦਾ, ਕਿਉਂਕਿ ਸਾਰਿਆਂ ਵਿੱਚ ਰੱਬ ਆਪ ਵਸਦਾ ਹੈ। ਹੁਣ ਅਸੀਂ ਸ਼ੇਖ ਫਰੀਦ ਜੀ ਦੇ ਜੀਵਨ ਅਤੇ ਸ਼ਲੋਕਾਂ ਬਾਰੇ ਕੁਝ ਵਸਤੂਨਿਸ਼ਟ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ, ਬਾਬਾ ਫਰੀਦ ਜੀ ਦਾ ਜਨਮ ਕਦੋਂ ਹੋਇਆ? ਇਸ ਪ੍ਰਸ਼ਨ ਦਾ ਉੱਤਰ ਹੈ, ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਵਿੱਚ ਹੋਇਆ। ਦੂਸਰਾ ਪ੍ਰਸ਼ਨ ਹੈ, ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਸੁਰ ਕਿਹੋ ਜਿਹੀ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਸੁਰ ਉਪਦੇਸ਼ਾਤਮਿਕ ਹੈ। ਅਗਲਾ ਪ੍ਰਸ਼ਨ ਹੈ, ਫਰੀਦ ਜੀ ਮਨੁੱਖ ਨੂੰ ਕਿਸੇ ਦੇ ਔਗਣ ਫੋਲਣ ਤੋਂ ਪਹਿਲਾਂ ਕਿੱਧਰ ਦੇਖਣ ਲਈ ਕਹਿੰਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ, ਆਪਣੇ ਔਗਣਾਂ ਵੱਲ ਦੇਖਣ ਲਈ ਕਹਿੰਦੇ ਹਨ। ਅਗਲਾ ਪ੍ਰਸ਼ਨ ਹੈ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਸ਼ਲੋਕ ਵਿੱਚ ਗਿਰੀਵਾਨ ਸ਼ਬਦ ਦਾ ਕੀ ਅਰਥ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਬੁੱਕਲ। ਅਗਲਾ ਪ੍ਰਸ਼ਨ ਹੈ, ਮੁੱਕੀਆਂ ਮਾਰਨ ਵਾਲੇ ਦੇ ਪੈਰ ਚੁੰਮਣ ਨਾਲ ਕੀ ਪ੍ਰਾਪਤ ਹੁੰਦਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਸ਼ਾਂਤ ਅਵਸਥਾ ਪ੍ਰਾਪਤ ਹੁੰਦੀ ਹੈ। ਅਗਲਾ ਪ੍ਰਸ਼ਨ ਹੈ, ਫਰੀਦ ਜੀ ਬੁਰਾ ਸਲੂਕ ਕਰਨ ਵਾਲੇ ਨਾਲ ਕਿਹੋ ਜਿਹਾ ਸਲੂਕ ਕਰਨ ਲਈ ਆਖਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ, ਚੰਗਾ ਸਲੂਕ ਕਰਨ ਲਈ ਆਖਦੇ ਹਨ। ਅਗਲਾ ਪ੍ਰਸ਼ਨ ਹੈ, ਜੰਗਲ ਵਿੱਚ ਵੱਸਦੇ ਪੰਛੀ ਕਿਸ ਦਾ ਲੜ ਨਹੀਂ ਛੱਡਦੇ? ਇਸ ਪ੍ਰਸ਼ਨ ਦਾ ਉੱਤਰ ਹੈ, ਜੰਗਲ ਵਿੱਚ ਵੱਸਦੇ ਪੰਛੀ ਰੱਬ ਦਾ ਲੜ ਨਹੀਂ ਛੱਡਦੇ। ਅਗਲਾ ਪ੍ਰਸ਼ਨ ਹੈ, ਪੰਛੀ ਕੀ ਚੁੱਗ ਕੇ ਗੁਜ਼ਾਰਾ ਕਰਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ, ਪੰਛੀ ਕੰਕਰ ਚੁੱਗ ਕੇ ਗੁਜ਼ਾਰਾ ਕਰਦੇ ਹਨ। ਅਗਲਾ ਪ੍ਰਸ਼ਨ ਹੈ, ਫਰੀਦ ਜੀ ਅਨੁਸਾਰ ਸਭ ਦੇ ਹਿਰਦਿਆਂ ਵਿੱਚ ਕੌਣ ਵਸਦਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਸੱਚਾ ਰੱਬ ਵਸਦਾ ਹੈ। ਅਗਲਾ ਪ੍ਰਸ਼ਨ ਹੈ, ਫਰੀਦ ਜੀ ਕਿਸੇ ਨਾਲ ਕਿਹੋ ਜਿਹੇ ਬੋਲ ਬੋਲਣ ਤੋਂ ਵਰਜਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ, ਫਿੱਕੇ ਬੋਲ ਬੋਲਣ ਤੋਂ ਵਰਜਦੇ ਹਨ। ਅਗਲਾ ਪ੍ਰਸ਼ਨ ਹੈ, ਫਰੀਦ ਜੀ ਅਨੁਸਾਰ ਮਨੁੱਖ ਰਾਤ ਦੇ 4 ਪਹਿਰ ਕਿਸ ਤਰ੍ਹਾਂ ਗੁਜ਼ਾਰਦਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਸੌਂ ਕੇ ਗੁਜ਼ਾਰਦਾ ਹੈ। ਅਗਲਾ ਪ੍ਰਸ਼ਨ ਹੈ, ਫਰੀਦ ਜੀ ਅਨੁਸਾਰ ਮਨੁੱਖ ਨੂੰ ਕੌਣ ਲੇਖਾ ਪੁੱਛੇਗਾ? ਇਸ ਪ੍ਰਸ਼ਨ ਦਾ ਉੱਤਰ ਹੈ, ਫਰੀਦ ਜੀ ਅਨੁਸਾਰ ਮਨੁੱਖ ਨੂੰ ਰੱਬ ਲੇਖਾ ਪੁੱਛੇਗਾ। ਅਗਲਾ ਪ੍ਰਸ਼ਨ ਹੈ, ਬਾਬਾ ਫਰੀਦ ਜੀ ਅਨੁਸਾਰ ਬੰਦਾ ਦੁਨੀਆ ਵਿੱਚ ਕੀ ਕਰਨ ਆਇਆ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਨਾਮ ਸਿਮਰਨ ਕਰਨ ਆਇਆ ਹੈ। ਅਗਲਾ ਪ੍ਰਸ਼ਨ ਹੈ, ਫਰੀਦ ਜੀ ਅਨੁਸਾਰ ਬੰਦੇ ਨੂੰ ਕਿਹੜੇ ਕੰਮ ਛੱਡ ਦੇਣੇ ਚਾਹੀਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ, ਫਰੀਦ ਜੀ ਅਨੁਸਾਰ ਬੰਦੇ ਨੂੰ ਆਤਮਿਕ ਲਾਭ ਤੋਂ ਸੱਖਣੇ ਕੰਮ ਛੱਡ ਦੇਣੇ ਚਾਹੀਦੇ ਹਨ। ਅਗਲਾ ਪ੍ਰਸ਼ਨ ਹੈ, ਬਾਬਾ ਫਰੀਦ ਜੀ ਅਨੁਸਾਰ ਮਨੁੱਖ ਦਿਨ ਦੇ 4 ਪਹਿਰ ਕਿਸ ਤਰ੍ਹਾਂ ਗੁਜ਼ਾਰਦਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਬਾਬਾ ਫਰੀਦ ਜੀ ਅਨੁਸਾਰ
ਮਨੁੱਖ ਦਿਨ ਦੇ 4 ਪਹਿਰ ਦੌੜ ਭੱਜ ਵਿੱਚ ਗੁਜ਼ਾਰਦਾ ਹੈ। ਅਗਲਾ ਪ੍ਰਸ਼ਨ ਹੈ, ਫਰੀਦ ਜੀ ਅਨੁਸਾਰ ਕਿਹੋ ਜਿਹੀ ਫਕੀਰੀ ਵਿਅਰਥ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਫਰੀਦ ਜੀ ਅਨੁਸਾਰ ਦਿਖਾਵੇ ਭਰੀ ਜਾਂ ਪਖੰਡ ਭਰੀ ਫਕੀਰੀ ਵਿਅਰਥ ਹੈ। ਅਗਲਾ ਪ੍ਰਸ਼ਨ ਹੈ, ਹਿਆਲੀਏ ਸ਼ਬਦ ਦਾ ਕੀ ਅਰਥ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਹਿਆਲੀਏ ਸ਼ਬਦ ਦਾ ਅਰਥ ਹੈ ਹਿਰਦੇ ਵਿੱਚ। ਅਗਲਾ ਪ੍ਰਸ਼ਨ ਹੈ, ਬਾਬਾ ਫਰੀਦ ਜੀ ਅਨੁਸਾਰ ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਬਾਬਾ ਫਰੀਦ ਜੀ ਅਨੁਸਾਰ ਸਭ ਤੋਂ ਮਿੱਠੀ ਚੀਜ਼ ਰੱਬ ਦਾ ਨਾਮ ਹੈ। ਸੋ ਇਹ ਸਨ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਸੂਫੀ ਕਵੀ ਸ਼ੇਖ ਫਰੀਦ ਜੀ ਦੇ ਸ਼ਲੋਕ, ਜਿਨ੍ਹਾਂ ਵਿੱਚ ਸ਼ੇਖ ਫਰੀਦ ਜੀ ਨੇ ਮਨੁੱਖ ਨੂੰ ਸੰਦੇਸ਼ ਦਿੱਤੇ ਹਨ ਕਿ ਸਾਨੂੰ ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਸਾਦਾ ਭੋਜਨ ਖਾ ਕੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ, ਆਪਣਾ ਸਮਾਂ ਨਾਮ ਸਿਮਰਨ ਅਤੇ ਨੇਕ ਅਮਲਾਂ ਵਿੱਚ ਲਗਾਉਣਾ ਚਾਹੀਦਾ ਹੈ, ਬੁਰਾ ਕਰਨ ਵਾਲੇ ਦਾ ਵੀ ਭਲਾ ਹੀ ਕਰਨਾ ਚਾਹੀਦਾ ਹੈ, ਫਿੱਕਾ ਬੋਲ ਬੋਲ ਕੇ ਕਿਸੇ ਦਾ ਹਿਰਦਾ ਤੋੜਨਾ ਠੀਕ ਨਹੀਂ, ਕਿਉਂਕਿ ਸਾਰਿਆਂ ਦੇ ਮਨ ਕੀਮਤੀ ਮੋਤੀ ਹਨ ਅਤੇ ਹਰ ਇੱਕ ਮਨੁੱਖ ਦੇ ਹਿਰਦੇ ਵਿੱਚ ਰੱਬ ਆਪ ਵਸਦਾ ਹੈ। ਸੋ ਸਾਨੂੰ ਸਭ ਨੂੰ ਬਾਬਾ ਫਰੀਦ ਜੀ ਦੁਆਰਾ ਦੱਸੇ ਹੋਏ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਧੰਨਵਾਦ।